ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਇਸ ਖਾਸ ਇਤਿਹਾਸਿਕ ਵਿਸ਼ਲੇਸ਼ਣ ਵਿੱਚ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਇੱਕ ਅਜਿਹੇ ਮਾਸਟਰਮਾਈਂਡ ਦੀ ਜਿਸ ਨੇ ਆਪਣੀ ਕਮਾਲ ਦੀ ਰਾਜਨੀਤਿਕ ਅਤੇ ਪ੍ਰਬੰਧਕੀ ਸੂਝ ਨਾਲ ਇੱਕ ਪੂਰੀ ਤਰ੍ਹਾਂ ਖੰਡਿਤ ਖੇਤਰ ਨੂੰ ਇੱਕ ਵਿਸ਼ਾਲ ਅਤੇ ਤਾਕਤਵਰ ਸਾਮਰਾਜ ਵਿੱਚ ਬਦਲ ਦਿੱਤਾ। ਆਓ ਬਿਨਾਂ ਕਿਸੇ ਦੇਰੀ ਦੇ ਇਸ ਇਤਿਹਾਸਿਕ ਸਫ਼ਰ ਦੀ ਸ਼ੁਰੂਆਤ ਕਰਦੇ ਹਾਂ। ਅੱਜ ਦੇ ਇਸ ਵਿਸ਼ਲੇਸ਼ਣ ਦਾ ਏਜੰਡਾ ਬਿਲਕੁਲ ਸਾਫ਼ ਹੈ। ਪਹਿਲਾਂ ਦੇਖਾਂਗੇ ਅਸ਼ਾਂਤੀ ਦਾ ਦੌਰ, ਫਿਰ ਏਕੀਕਰਨ ਦੀ ਰਣਨੀਤੀ, ਸੱਤਾ ਦਾ ਕੇਂਦਰੀਕਰਨ, ਸਾਮਰਾਜ ਦਾ ਵਿਸਥਾਰ ਅਤੇ ਅਖੀਰ ਵਿੱਚ ਸ਼ੇਰੇ ਪੰਜਾਬ ਦੀ ਵਿਰਾਸਤ। ਸੋ ਸ਼ੁਰੂ ਕਰਦੇ ਹਾਂ ਪਹਿਲੇ ਭਾਗ ਤੋਂ, ਅਸ਼ਾਂਤੀ ਦਾ ਦੌਰ ਯਾਨੀ ਕਿ ਖੰਡਿਤ ਪੰਜਾਬ। ਹੁਣ ਦੇਖੋ, ਮਹਾਰਾਜਾ ਰਣਜੀਤ ਸਿੰਘ ਦੀ ਸ਼ੁਰੂਆਤ ਕੋਈ ਬਹੁਤ ਹੀ ਸੌਖੀ ਨਹੀਂ ਸੀ। 1780 ਵਿੱਚ ਗੁਜਰਾਂਵਾਲਾ ਦੀ ਸ਼ੁਕਰਚੱਕੀਆ ਮਿਸਲ ਵਿੱਚ ਉਹਨਾਂ ਦਾ ਜਨਮ ਹੋਇਆ। ਬਚਪਨ ਵਿੱਚ ਹੀ ਚੇਚਕ ਵਰਗੀ ਜਾਨਲੇਵਾ ਬਿਮਾਰੀ ਦਾ ਸਾਹਮਣਾ ਕਰਨਾ ਪਿਆ। 5 ਸਾਲ ਦੀ ਉਮਰ ਵਿੱਚ ਭਾਈ ਪਾਕ ਸਿੰਘ ਦੀ ਧਰਮਸ਼ਾਲਾ ਤਾਂ ਭੇਜਿਆ ਗਿਆ, ਪਰ ਉਹਨਾਂ ਨੂੰ ਕੋਈ ਬਕਾਇਦਾ ਰਸਮੀ ਸਿੱਖਿਆ ਨਹੀਂ ਮਿਲ ਸਕੀ। ਪਰ ਸਭ ਤੋਂ ਕਮਾਲ ਦੀ ਗੱਲ ਇਹ ਹੈ ਕਿ ਕਿਤਾਬੀ ਪੜ੍ਹਾਈ ਨਾ ਹੋਣ ਦੇ ਬਾਵਜੂਦ ਇਸ ਨੌਜਵਾਨ ਨੇ ਤਲਵਾਰਬਾਜ਼ੀ ਅਤੇ ਘੋੜਸਵਾਰੀ ਵਿੱਚ ਇੰਨੀ ਬੇਮਿਸਾਲ ਮਹਾਰਤ ਹਾਸਲ ਕੀਤੀ ਕਿ ਕੋਈ ਸਾਹਮਣੇ ਟਿਕ ਨਹੀਂ ਸੀ ਸਕਦਾ। ਉਹਨਾਂ ਦੇ ਪਿਤਾ ਮਹਾਂ ਸਿੰਘ ਨੇ ਬਚਪਨ ਵਿੱਚ ਹੀ ਆਪਣੇ ਪੁੱਤਰ ਦੀ ਇਸ ਅਦਭੁਤ ਕਾਬਲੀਅਤ ਨੂੰ ਪਹਿਚਾਣ ਲਿਆ ਸੀ। ਉਹਨਾਂ ਦੇ ਬੋਲ ਸਨ ਕਿ ਗੁਜਰਾਂਵਾਲਾ ਦਾ ਰਾਜ ਮੇਰੇ ਬਹਾਦਰ ਪੁੱਤਰ ਰਣਜੀਤ ਸਿੰਘ ਲਈ ਕਾਫੀ ਨਹੀਂ ਹੋਵੇਗਾ, ਉਹ ਇੱਕ ਮਹਾਨ ਯੋਧਾ ਬਣੇਗਾ। ਅਤੇ ਵਾਕਈ ਉਹਨਾਂ ਦੀ ਇਹ ਭਵਿੱਖਬਾਣੀ 100% ਸੱਚ ਸਾਬਿਤ ਹੋਈ। ਜ਼ਰਾ ਉਸ ਵਕਤ ਦੇ ਹਾਲਾਤਾਂ ਬਾਰੇ ਸੋਚੋ। ਇੱਕ ਪਾਸੇ ਮੁਗਲ ਰਾਜ ਖਤਮ ਹੋ ਚੁੱਕਿਆ ਸੀ ਤੇ ਪੰਜਾਬ ਛੋਟੇ-ਛੋਟੇ ਸਿੱਖ, ਅਫਗਾਨ ਅਤੇ ਰਾਜਪੂਤ ਰਾਜਾਂ ਵਿੱਚ ਬੁਰੀ ਤਰ੍ਹਾਂ ਵੰਡਿਆ ਹੋਇਆ ਸੀ। 1797 ਵਿੱਚ ਜਦੋਂ ਸਿਰਫ 17 ਸਾਲ ਦੀ ਉਮਰ ਵਿੱਚ ਮਹਾਰਾਜਾ ਨੇ ਵਾਗਡੋਰ ਸੰਭਾਲੀ ਤਾਂ ਉਹਨਾਂ ਨੇ ਇਸ ਖਿੰਡੇ ਹੋਏ ਤਾਣੇ-ਬਾਣੇ ਨੂੰ ਇੱਕ ਵਿਸ਼ਾਲ ਅਤੇ ਕੇਂਦਰੀਕ੍ਰਿਤ ਸਾਮਰਾਜ ਵਿੱਚ ਬਦਲਣ ਦਾ ਬੀੜਾ ਚੁੱਕਿਆ। ਇੱਥੋਂ ਸਾਡਾ ਦੂਜਾ ਭਾਗ ਸ਼ੁਰੂ ਹੁੰਦਾ ਹੈ, ਏਕੀਕਰਨ ਦੀ ਰਣਨੀਤੀ, ਕੂਟਨੀਤੀ ਅਤੇ ਗੱਠਜੋੜ। ਹੁਣ ਜੇ ਆਪਾਂ ਇਸ ਟਾਈਮਲਾਈਨ ਵੱਲ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਇਹ ਕੰਮ ਕਿੰਨੀ ਤੇਜ਼ੀ ਅਤੇ ਪਲੈਨਿੰਗ ਨਾਲ ਕੀਤਾ ਗਿਆ ਸੀ। 1796 ਵਿੱਚ ਕਨਈਆ ਮਿਸਲ ਨਾਲ ਗੱਠਜੋੜ, ਅਗਲੇ ਹੀ ਸਾਲ 1797 ਵਿੱਚ ਨਕਈ ਮਿਸਲ ਨਾਲ ਰਿਸ਼ਤਾ, 1799 ਵਿੱਚ ਸਿੱਧਾ ਲਾਹੌਰ ਫਤਿਹ ਅਤੇ 1801 ਵਿੱਚ ਆਹਲੂਵਾਲੀਆ ਮਿਸਲ ਨਾਲ ਭਾਈਚਾਰੇ ਦਾ ਸਮਝੌਤਾ। ਮਤਲਬ ਫੌਜੀ ਤਾਕਤ ਅਤੇ ਦਿਮਾਗੀ ਕੂਟਨੀਤੀ ਦਾ ਇਹ ਇੱਕ ਪਰਫੈਕਟ ਸੁਮੇਲ ਸੀ। ਇੱਥੇ ਇੱਕ ਬਹੁਤ ਹੀ ਦਿਲਚਸਪ ਪੁਆਇੰਟ ਨੋਟ ਕਰਨ ਵਾਲਾ ਹੈ। ਉਹਨਾਂ ਨੇ ਆਪਣੇ ਨਿੱਜੀ ਰਿਸ਼ਤਿਆਂ ਨੂੰ ਹੀ ਇੱਕ ਤਰ੍ਹਾਂ ਨਾਲ ਮਾਸਟਰ ਸਟ੍ਰੋਕ ਬਣਾ ਦਿੱਤਾ। ਪਹਿਲਾ ਕਦਮ 1796 ਵਿੱਚ ਕਨਈਆ ਮਿਸਲ ਦੀ ਮਹਿਤਾਬ ਕੌਰ ਨਾਲ ਵਿਆਹ, ਜਿਸ ਨਾਲ ਉਹਨਾਂ ਨੂੰ ਤਾਕਤਵਰ ਸੱਸ ਸਦਾ ਕੌਰ ਦੀ ਭਰਪੂਰ ਸਪੋਰਟ ਮਿਲੀ। ਦੂਜਾ ਕਦਮ 1797 ਵਿੱਚ ਤਰਨਤਾਰਨ ਵਿਖੇ ਨਕਈ ਮਿਸਲ ਦੀ ਰਾਜ ਕੌਰ ਨਾਲ ਵਿਆਹ ਅਤੇ ਤੀਜਾ ਕਦਮ 1801 ਵਿੱਚ ਫਤਿਹ ਸਿੰਘ ਆਹਲੂਵਾਲੀਆ ਨਾਲ ਪੱਗਾਂ ਵਟਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਵਫਾਦਾਰੀ ਦੀ ਸਹੁੰ ਖਾਣੀ। ਇਹ ਕਦਮ ਦੱਸਦੇ ਨੇ ਕਿ ਰਾਜਨੀਤੀ ਵਿੱਚ ਰਿਸ਼ਤੇ ਕਿਵੇਂ ਵੱਡੇ ਹਥਿਆਰ ਬਣ ਸਕਦੇ ਨੇ। ਅੱਗੇ ਵਧਦੇ ਹਾਂ ਤੀਜੇ ਭਾਗ ਵੱਲ, ਸੱਤਾ ਦਾ ਕੇਂਦਰੀਕਰਨ ਯਾਨੀ ਕਿ ਵਿਰੋਧੀ ਸੰਸਥਾਵਾਂ ਦਾ ਖਾਤਮਾ। ਸੱਤਾ ਦੇ ਇਸ ਸੈਂਟਰਲਾਈਜ਼ੇਸ਼ਨ ਨੂੰ ਸਮਝਣ ਲਈ ਸਾਨੂੰ ਪਹਿਲਾਂ ਗੁਰਮਤਾ ਬਾਰੇ ਪਤਾ ਹੋਣਾ ਚਾਹੀਦਾ ਹੈ। ਅਸਲ ਵਿੱਚ ਇਹ ਸਿੱਖ ਮਿਸਲਾਂ ਦੀ ਇੱਕ ਕੇਂਦਰੀ ਸਭਾ ਹੁੰਦੀ ਸੀ, ਜਿੱਥੇ ਸਾਰੇ ਸਰਦਾਰ ਇਕੱਠੇ ਹੋ ਕੇ ਸਾਂਝੀ ਫੌਜੀ ਕਾਰਵਾਈ ਅਤੇ ਹੋਰ ਵੱਡੇ ਫੈਸਲੇ ਲੈਂਦੇ ਸਨ। ਉਸ ਦੌਰ ਵਿੱਚ ਇਹ ਬਹੁਤ ਪਾਵਰਫੁਲ ਸਿਸਟਮ ਸੀ। ਪਰ 1805 ਵਿੱਚ ਮਹਾਰਾਜਾ ਨੇ ਇੱਕ ਬਹੁਤ ਹੀ ਬੋਲਡ ਅਤੇ ਵੱਡਾ ਫੈਸਲਾ ਲਿਆ। ਉਹਨਾਂ ਨੇ ਗੁਰਮਤੇ ਦੀ ਇਸ ਰਵਾਇਤ ਨੂੰ ਹੀ ਰਣਨੀਤਿਕ ਤੌਰ ਤੇ ਖਤਮ ਕਰ ਦਿੱਤਾ। ਕਿਉਂ? ਤਾਂ ਜੋ ਕੋਈ ਵੀ ਹੋਰ ਮਿਸਲ ਸਰਦਾਰ ਮਹਾਰਾਜਾ ਦੇ ਬਰਾਬਰ ਹੋਣ ਦਾ ਦਾਅਵਾ ਨਾ ਕਰ ਸਕੇ। ਪ੍ਰਸ਼ਾਸਨਿਕ ਨਜ਼ਰੀਏ ਤੋਂ ਇਹ ਇੱਕ ਬਹੁਤ ਹੀ ਖਤਰਨਾਕ ਪਰ ਯੋਜਨਾਬੱਧ ਕਦਮ ਸੀ, ਜਿਸ ਨੇ ਸਾਰੀ ਤਾਕਤ ਇੱਕੋ ਜਗ੍ਹਾ ਕੇਂਦਰਿਤ ਕਰ ਦਿੱਤੀ। ਹੁਣ ਆਉਂਦਾ ਹੈ ਸਾਡਾ ਚੌਥਾ ਭਾਗ, ਸਾਮਰਾਜ ਦਾ ਵਿਸਤਾਰ, ਜਿੱਤ ਅਤੇ ਪ੍ਰਸ਼ਾਸਨ। ਜ਼ਰਾ ਉਹਨਾਂ ਦੇ ਰਾਜ ਦੇ ਘੇਰੇ ਬਾਰੇ ਇਮੈਜਿਨ ਕਰੋ। ਉੱਤਰ ਵੱਲ ਠੇਠ ਲੱਦਾਖ ਤੱਕ, ਦੱਖਣ ਵਿੱਚ ਸ਼ਿਕਾਰਪੁਰ ਤੱਕ, ਪੂਰਬ ਵਿੱਚ ਸਤਲੁਜ ਨਦੀ ਅਤੇ ਪੱਛਮ ਵੱਲ ਸਿੱਧਾ ਪੇਸ਼ਾਵਰ। ਸਾਊਥ ਏਸ਼ੀਆ ਦੇ ਨਕਸ਼ੇ ਤੇ ਇੰਨੀਆਂ ਵੱਡੀਆਂ ਸਰਹੱਦਾਂ ਖਿੱਚਣੀਆਂ ਕੋਈ ਛੋਟੀ ਗੱਲ ਨਹੀਂ ਸੀ। ਇਹ ਆਪਣੇ ਆਪ ਵਿੱਚ ਇੱਕ ਰਿਕਾਰਡ ਸੀ ਜਿਸ ਨੇ ਨਵਾਂ ਇਤਿਹਾਸ ਸਿਰਜਿਆ। ਇਸ ਵੱਡੇ ਐਕਸਪੈਂਸ਼ਨ ਵਿੱਚ ਕੁਝ ਖਾਸ ਥਾਵਾਂ ਜਿਵੇਂ ਮੁਲਤਾਨ, ਕਸ਼ਮੀਰ ਅਤੇ ਪਿਸ਼ਾਵਰ ਨੂੰ ਜਿੱਤਣਾ ਬਹੁਤ ਅਹਿਮ ਸੀ। ਇਹ ਸਿਰਫ ਆਮ ਜਿੱਤਾਂ ਨਹੀਂ ਸਨ, ਇਹ ਖਾਸ ਜੀਓਪੋਲਿਟੀਕਲ ਸੈਂਟਰਸ ਨੂੰ ਕੰਟਰੋਲ ਕਰਨ ਵਾਲੀਆਂ ਜ਼ਬਰਦਸਤ ਫੌਜੀ ਮੁਹਿੰਮਾਂ ਸਨ, ਜਿਨ੍ਹਾਂ ਨੇ ਸਾਮਰਾਜ ਦਾ ਪੂਰਾ ਦਬਦਬਾ ਕਾਇਮ ਕਰ ਦਿੱਤਾ। ਹੁਣ ਇੱਥੇ ਇੱਕ ਬਹੁਤ ਹੀ ਇੰਟਰਸਟਿੰਗ ਸਵਾਲ ਪੈਦਾ ਹੁੰਦਾ ਹੈ। ਇੰਨਾ ਵੱਡਾ ਇਲਾਕਾ, ਉਹ ਵੀ ਵੱਖ-ਵੱਖ ਸੱਭਿਆਚਾਰਾਂ ਵਾਲਾ, ਉੱਥੇ ਸ਼ਾਂਤੀ ਅਤੇ ਵਫਾਦਾਰੀ ਕਿਵੇਂ ਬਣਾਈ ਰੱਖੀ ਗਈ ਹੋਵੇਗੀ? ਕਿਉਂਕਿ ਸਾਮਰਾਜ ਦਾ ਵਿਸਥਾਰ ਕਰਨਾ ਇੱਕ ਚੁਣੌਤੀ ਹੈ, ਪਰ ਵਿਭਿੰਨ ਖੇਤਰਾਂ ਵਿੱਚ ਸ਼ਾਂਤੀ ਮੇਨਟੇਨ ਕਰਨ ਲਈ ਬਿਲਕੁਲ ਵੱਖਰੀ ਪ੍ਰਸ਼ਾਸਨਿਕ ਰਣਨੀਤੀ ਚਾਹੀਦੀ ਹੈ ਨਾ? ਅਤੇ ਇਸ ਦਾ ਜਵਾਬ ਸੀ
ਉਹਨਾਂ ਦੀ ਮਾਸਟਰ ਕਲਾਸ ਜਾਗੀਰਦਾਰੀ ਨੀਤੀ ਜਾਂ ਕਹਿ ਲਓ ਵੈਸਲ ਜੇ ਪਾਲਿਸੀ, ਇਹ ਇੱਕ ਸ਼ਾਨਦਾਰ ਆਈਡੀਆ ਸੀ। ਹਾਰੇ ਹੋਏ ਸ਼ਾਸਕਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਵਾਪਸ ਕਰ ਦਿੱਤੀਆਂ ਜਾਂਦੀਆਂ ਸਨ, ਪਰ ਇੱਕ ਸ਼ਰਤ ਤੇ ਕਿ ਉਹ ਪੂਰੀ ਤਰ੍ਹਾਂ ਨਾਲ ਮਹਾਰਾਜਾ ਦੀ ਅਗਵਾਈ ਅਤੇ ਵਫਾਦਾਰੀ ਨੂੰ ਸਵੀਕਾਰ ਕਰਨਗੇ। ਇਸ ਇੱਕ ਟ੍ਰਿਕ ਨੇ ਸਥਾਨਕ ਬਗਾਵਤਾਂ ਨੂੰ ਬਿਲਕੁਲ ਠੱਲ ਪਾ ਦਿੱਤੀ ਅਤੇ ਪ੍ਰਸ਼ਾਸਨ ਨੂੰ ਸੁਚਾਰੂ ਬਣਾਇਆ। ਅਤੇ ਅਖੀਰ ਵਿੱਚ 5ਵਾਂ ਭਾਗ, ਸ਼ੇਰੇ ਪੰਜਾਬ ਦੀ ਵਿਰਾਸਤ। ਜੇਕਰ ਉਹਨਾਂ ਦੇ ਇਤਿਹਾਸਿਕ ਪ੍ਰਭਾਵ ਦੀ ਗੱਲ ਕਰੀਏ ਤਾਂ ਉਹ ਇਸ ਖੇਤਰ ਦੇ ਪਹਿਲੇ ਮੂਲ ਪੰਜਾਬੀ ਸ਼ਾਸਕ ਸਨ। ਅੰਮ੍ਰਿਤਸਰ ਨਾਲ ਉਹਨਾਂ ਦਾ ਲਗਾਵ ਬਹੁਤ ਖਾਸ ਸੀ। ਉੱਥੇ ਉਹਨਾਂ ਨੇ ਰਾਮਬਾਗ ਵਿਖੇ ਆਪਣਾ ਸਮਰ ਪੈਲੇਸ ਬਣਵਾਇਆ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਬਾਗ ਅਸਲ ਵਿੱਚ 84 ਏਕੜ ਵਿੱਚ ਫੈਲਿਆ ਹੋਇਆ ਸੀ, ਜੋ ਹੁਣ ਸਿਰਫ 35 ਏਕੜ ਰਹਿ ਗਿਆ ਹੈ। ਉਹਨਾਂ ਤੋਂ ਬਾਅਦ ਉਹਨਾਂ ਦੇ ਪੁੱਤਰ ਖੜਕ ਸਿੰਘ ਨੇ ਗੱਦੀ ਸੰਭਾਲੀ ਅਤੇ ਅੱਜ ਵੀ ਉਹਨਾਂ ਦੇ ਵੰਸ਼ਜ ਅਟਾਰੀ ਵਿੱਚ ਰਹਿੰਦੇ ਨੇ। ਮਤਲਬ ਇਹ ਵਿਰਾਸਤ ਅੱਜ ਵੀ ਸਾਡੇ ਦਰਮਿਆਨ ਸਾਹ ਲੈ ਰਹੀ ਹੈ। ਇਸ ਸਾਮਰਾਜ ਦੀ ਅਮੀਰੀ ਦਾ ਜ਼ਿਕਰ ਹੋਵੇ ਤੇ ਮਸ਼ਹੂਰ ਕੋਹਿਨੂਰ ਹੀਰੇ ਦੀ ਗੱਲ ਨਾ ਆਵੇ, ਇਹ ਕਿਵੇਂ ਹੋ ਸਕਦਾ ਹੈ? ਸਿੱਖ ਸਾਮਰਾਜ ਨਾਲ ਡੂੰਘਾਈ ਨਾਲ ਜੁੜਿਆ ਇਹ ਸ਼ਾਨਦਾਰ ਹੀਰਾ ਆਖਿਰਕਾਰ ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈਥ ਦੂਜੀ ਦੀ ਮਲਕੀਅਤ ਹੇਠ ਆ ਗਿਆ। ਇਹ ਗੱਲ ਦਰਸਾਉਂਦੀ ਹੈ ਕਿ ਕਿਵੇਂ ਇਸ ਰਾਜ ਦੀ ਕਹਾਣੀ ਇੱਕ ਗਲੋਬਲ ਅਤੇ ਗੁੰਝਲਦਾਰ ਰੂਪ ਧਾਰਨ ਕਰ ਗਈ। ਇਤਿਹਾਸਿਕ ਦਸਤਾਵੇਜ਼ ਇਸ ਯੁੱਗ ਦੇ ਇੱਕ ਗੁੰਝਲਦਾਰ ਅੰਤ ਵੱਲ ਇਸ਼ਾਰਾ ਕਰਦੇ ਨੇ। ਰਿਕਾਰਡਸ ਦੱਸਦੇ ਨੇ ਕਿ 1847 ਵਿੱਚ ਲਾਹੌਰ ਵਿਖੇ ਮਹਾਰਾਜਾ ਦਾ ਦੇਹਾਂਤ ਹੋ ਗਿਆ ਅਤੇ ਕੁਝ ਥਾਈਂ ਅਫਗਾਨ ਫੌਜਾਂ ਦੇ ਹੱਥੋਂ ਮਿਲੀਆਂ ਹਾਰਾਂ ਦਾ ਜ਼ਿਕਰ ਵੀ ਮਿਲਦਾ ਹੈ। ਪਰ ਸਭ ਤੋਂ ਦੁਖਦਾਈ ਅੰਤ ਉਦੋਂ ਹੋਇਆ ਜਦੋਂ 2 ਭਿਆਨਕ ਐਂਗਲੋ-ਸਿੱਖ ਯੁੱਧਾਂ ਤੋਂ ਬਾਅਦ ਇਹ ਮਹਾਨ ਸਿੱਖ ਸਾਮਰਾਜ ਪੂਰੀ ਤਰ੍ਹਾਂ ਖਿੰਡ ਗਿਆ। ਸੋ ਜਾਂਦੇ-ਜਾਂਦੇ ਇੱਕ ਬਹੁਤ ਹੀ ਡੂੰਘਾ ਸਵਾਲ ਤੁਹਾਡੇ ਸਾਰਿਆਂ ਦੇ ਸੋਚਣ ਲਈ। ਜ਼ਰਾ ਸੋਚੋ, ਜਿਸ ਇਨਸਾਨ ਕੋਲ ਕੋਈ ਰਸਮੀ ਸਕੂਲੀ ਪੜ੍ਹਾਈ ਨਹੀਂ ਸੀ, ਉਹ ਇੱਕ ਟੁੱਟੇ ਹੋਏ ਖੇਤਰ ਨੂੰ ਜੋੜਨ ਲਈ ਇੰਨਾ ਪਰਫੈਕਟ ਅਤੇ ਸ਼ਾਨਦਾਰ ਬਲੂਪ੍ਰਿੰਟ ਕਿਵੇਂ ਤਿਆਰ ਕਰ ਸਕਦਾ ਹੈ? ਸ਼ੇਰੇ ਪੰਜਾਬ ਦੀ ਵਿਰਾਸਤ ਵਿੱਚ ਰਾਜਨੀਤੀ ਅਤੇ ਪ੍ਰਸ਼ਾਸਨ ਦੇ ਹੋਰ ਕਿਹੜੇ ਐਸੇ ਰਾਜ਼ ਛੁਪੇ ਨੇ ਜੋ ਆਪਾਂ ਅਜੇ ਤੱਕ ਨਹੀਂ ਸਮਝੇ? ਅੱਜ ਦੇ ਰਣਨੀਤੀਕਾਰ ਉਸ ਇਨਸਾਨ ਤੋਂ ਬਹੁਤ ਕੁਝ ਸਿੱਖ ਸਕਦੇ ਨੇ ਜਿਸ ਨੇ ਕਿਤਾਬਾਂ ਦੀ ਥਾਂ ਆਪਣੀ ਅਦਭੁਤ ਰਣਨੀਤਿਕ ਸੂਝ ਦੀ ਵਰਤੋਂ ਕੀਤੀ। ਇਸੇ ਵਿਚਾਰ ਦੇ ਨਾਲ ਅੱਜ ਦੇ ਇਸ ਵਿਸ਼ਲੇਸ਼ਣ ਨੂੰ ਇੱਥੇ ਹੀ ਖਤਮ ਕਰਦੇ ਹਾਂ। ਸਾਡੇ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ।